ਮਹਿਮੂਦ ਖਿਲਜੀ ਦੀ ਨਾ ਜਿੱਤ ਦੀ ਨਿਸ਼ਾਨੀ ਦਿਖਾਉਣੀ ਆ। ਇਹਨੂੰ ਬਾਦਲ ਮਹਿਲ ਕਿਹਾ ਜਾਂਦਾ ਹੈ। ਇਹ ਉਹਨੇ ਜਿੱਤਾਂ ਜਿੱਤਣ ਤੋਂ ਬਾਅਦ ਜਿੱਤਾਂ ਦੀ ਇੱਕ ਨਿਸ਼ਾਨੀ ਦੇ ਤੌਰ 'ਤੇ ਬਣਾਇਆ ਸੀ। ਇਹ ਇੰਨਾ ਸੋਹਣਾ ਬਣਾਇਆ ਗਿਆ ਕਿ ਜਿਹੜਾ ਕੋਈ ਦੇਸ਼ ਵਿਦੇਸ਼ ਦਾ ਰਾਜਾ ਆਉਂਦਾ ਸੀ ਨਾ ਮਿਲਣ, ਅਤੇ ਉਹਦੀ ਆਇਓ ਭਗਤ ਇੱਥੇ ਕੀਤੀ ਜਾਂਦੀ ਸੀ, ਇਹ ਮਹਿਲ ਦੇ ਵਿੱਚ। ਅਤੇ ਇੱਕ ਗੱਲ ਤੁਸੀਂ ਹੋਰ ਸੁਣ ਲਓ, ਤੁਸੀਂ ਕਹੋਗੇ ਵੀ ਸ਼ਾਇਦ ਇਹ ਪਤਾ ਨਹੀਂ 100-150 ਸਾਲ ਪੁਰਾਣਾ ਹੀ ਹੋਊਗਾ। ਇਹ ਤਕਰੀਬਨ 500 ਸਾਲ ਤੋਂ ਵੱਧ ਪੁਰਾਣਾ। ਇਹ 15ਵੀਂ ਸਦੀ ਦਾ, ਇਸ ਵਕਤ 21ਵੀਂ ਸਦੀ ਚੱਲਦੀ ਆ। ਤੁਸੀਂ ਆਪ ਹਿਸਾਬ ਲਾ ਲਓ ਵੀ ਇਹ ਕਿੰਨਾ ਪੁਰਾਣਾ। ਇਸ ਮਹਿਲ ਦੀਆਂ ਵੱਡੀਆਂ ਖੂਬਸੂਰਤੀਆਂ ਦੇ ਵਿੱਚੋਂ ਇੱਕ ਖੂਬਸੂਰਤੀ ਇਹ ਖੂਹ ਵੀ ਆ। ਇਹ ਖੂਹ ਨੂੰ ਇੰਨੇ ਵਧੀਆ ਤਰੀਕੇ ਨਾਲ ਬਣਾਇਆ ਗਿਆ, ਡਿਜ਼ਾਈਨ ਕੀਤਾ ਗਿਆ ਵੀ ਜਿਵੇਂ ਕਿਸੇ ਚੰਗੇ ਰਾਜੇ ਦਾ ਮਹਿਲ ਹੋਵੇ। ਅਤੇ ਉਸ ਰਾਜੇ ਦਾ ਫਿਰ ਮਹਿਲ ਕਿਹੋ ਜਿਹਾ ਹੋਊਗਾ, ਕਿਲ੍ਹਾ ਕਿਹੋ ਜਿਹਾ ਹੋਊ, ਜਿਹਦਾ ਇੱਕ ਖੂਹ ਹੀ ਇੰਨਾ ਖੂਬਸੂਰਤ ਆ, ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ। ਸਤਿ ਸ੍ਰੀ ਅਕਾਲ ਜੀ। ਅੱਜ ਫਿਰ ਤੁਹਾਡੇ ਲਈ ਬੇहद ਖਾਸ ਚੀਜ਼ ਲੈ ਕੇ ਆਏ ਹਾਂ ਅਸੀਂ। ਮੱਧ ਪ੍ਰਦੇਸ਼ ਦੇ ਵਿੱਚ ਚੰਦੇਰੀ ਪੈਂਦੀ ਆ। ਚੰਦੇਰੀ ਬਹੁਤ ਪੁਰਾਣਾ ਸ਼ਹਿਰ ਆ। ਮਹਾਭਾਰਤ ਵੇਲੇ ਵੀ ਨਾਂ ਸੁਣਦੇ ਆ ਵੀ ਕਿਸੇ ਸਮੇਂ ਸ਼ਿਸ਼ੂਪਾਲ ਦੀ ਨਗਰੀ ਹੁੰਦੀ ਸੀ ਇਹ। ਉਹਦੇ ਵਿੱਚ ਵੀ ਪ੍ਰਮਾਣ ਮਿਲਦੇ ਆ। ਅਤੇ ਅੱਜ ਅਸੀਂ ਬਾਦਲ ਮਹਿਲ ਦੇ ਵਿੱਚ ਆ। ਇੱਥੇ ਇਹ ਬਹੁਤ ਸੁੰਦਰ ਮਹਿਮੂਦ ਖਿਲਜੀ ਦਾ ਬਣਾਇਆ ਹੋਇਆ ਹੈ ਬਾਦਲ ਮਹਿਲ। ਕਹਿੰਦੇ ਵੀ ਉਹਨੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੀ ਇਹ ਚੀਜ਼ ਨੂੰ ਬਣਾਇਆ ਸੀਗਾ। ਅਤੇ ਉਸ ਤੋਂ ਬਾਅਦ ਉਸ ਵੈਲਕਮ ਗੇਟ ਵੀ ਆਖਦੇ ਵੀ ਜਦੋਂ ਕੋਈ ਰਾਜਾ ਮਹਾਰਾਜਾ ਮਹਿਲ ਹੁੰਦਾ ਸੀ ਤਾਂ ਉਹਨੂੰ ਇੱਥੋਂ ਦੀ ਲੰਘਾ ਕੇ ਲੈ ਕੇ ਜਾਂਦੇ ਸੀ। ਮਗਰ ਇਹਦੇ ਬਹੁਤ ਵੱਡਾ ਕਿਲ੍ਹਾ ਵਾ। ਅਤੇ ਅੱਜ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ। ਇੱਥੇ ਬਹੁਤ ਖੂਬਸੂਰਤ ਅਤੇ ਬੌਲੀ ਵੀ ਬਣੀ ਹੋਈ ਆ ਉਹਦੀ, ਅਤੇ ਇਹਦੇ ਨਾਲੇ ਥੋੜ੍ਹੀ ਘਣੇ ਇਤਿਹਾਸ ਜਿੰਨਾ ਵੀ ਸਾਨੂੰ ਪਤਾ ਲੱਗ ਸਕਿਆ ਉਹਦੇ ਬਾਰੇ ਗੱਲਬਾਤ ਕਰਾਂਗੇ। ਆਓ ਚੱਲੀਏ। ਦਰਸ਼ਕੋ, ਜਿਹੜਾ ਇਹ ਬਾਦਲ ਮਹਿਲ ਆ ਨਾ ਬਹੁਤ ਉੱਪਰ ਆ। ਜਿਵੇਂ ਤੁਹਾਨੂੰ ਦੱਸ ਹੀ ਰਿਹਾ ਹੋਊਗਾ ਵੀ ਬੱਦਲਾਂ ਨੂੰ ਛੂਹਣ ਵਾਲੀ ਗੱਲ ਆ। ਇਹ 15ਵੀਂ ਸਦੀ ਦੇ ਵਿੱਚ ਬਣਾਇਆ ਸੀ ਮਹਿਮੂਦ ਖਿਲਜੀ ਨੇ। ਇਹ ਮਾਲਵਾ ਦਾ ਸ਼ਾਸਕ ਸੀਗਾ। ਉਹਨੇ ਜਿੱਤ ਪ੍ਰਾਪਤ ਕਰਕੇ ਮਹਿਮੂਦ ਸ਼ਰੀਕ ਉੱਤੇ ਜਿੱਤ ਪ੍ਰਾਪਤ ਕਰਕੇ ਉਸ ਤੋਂ ਬਾਅਦ ਇੱਕ ਤਾਂ ਇਹ ਬਣਾਇਆ ਸੀ, ਇੱਕ ਬਣਾਇਆ ਸੀਗਾ ਕੌਸ਼ਕ ਮਹਿਲ। ਇਹ ਦੋ ਚੀਜ਼ਾਂ ਨੇ। ਮਤਲਬ ਇਹ ਉਸ ਸਮੇਂ ਦੀ ਕਲਾ ਦਾ, ਸ਼ਿਲਪ ਕਲਾ ਦਾ ਪ੍ਰਤੱਖ ਪ੍ਰਮਾਣ ਆ। ਵੀ ਅੱਜ ਤੁਹਾਨੂੰ ਮੈਂ ਨੇੜੋਂ ਦਿਖਾਵਾਂ ਵੀ ਚੌਰਸ ਸਕੇਅਰ ਦੇ ਵਿੱਚ ਪੱਥਰ ਉਹਨਾਂ ਨੂੰ ਘੜ ਕੇ ਬਣਾਇਆ। ਵੀ ਇੱਕ ਪੱਥਰ ਨੂੰ ਘੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਮਾਂ ਲੱਗਿਆ ਹੋਊਗਾ, ਕਿਉਂਕਿ ਅੱਜ ਵੀ ਅਗਰ ਪੱਥਰ ਘੜਨੇ ਹੋਣ ਤਾਂ ਕੋਈ ਉਹੋ ਜਿਹੀ ਮਸ਼ੀਨ ਹੈ ਨਹੀਂ ਗੀ ਏਡੀ ਚੰਗੀ। ਪਰ ਉਹਨਾਂ ਵੇਲਿਆਂ 'ਚ ਨਾ ਕੋਈ ਚੰਗੀ ਮਸ਼ੀਨ ਹੁੰਦੀ ਸੀ, ਪਰ ਫਿਰ ਵੀ ਪੱਥਰਾਂ ਨੂੰ ਘੜਿਆ ਗਿਆ ਅਤੇ ਬਣਾਇਆ ਗਿਆ। ਆਹ ਦੇਖੋ, ਚੂਨਾ ਭਰ ਕੇ, ਚੂਨਾ ਹੁੰਦਾ ਸੀ ਉਦੋਂ, ਸੀਮਟ ਨਹੀਂ ਸੀ ਹੁੰਦਾ, ਉਹ ਭਰ ਕੇ ਬਣਾਇਆ ਗਿਆ ਵਾ। ਅਤੇ ਇੱਥੇ ਮਗਰ ਹੀ ਤੁਹਾਨੂੰ ਮੇਰੇ ਮਗਰ ਕਿਲ੍ਹਾ ਦੱਸ ਰਿਹਾ ਹੋਊਗਾ ਬਹੁਤ ਵੱਡਾ। ਉਹ ਕਿਲ੍ਹਾ ਵੀ ਉਹਨਾਂ ਪੁਰਾਣੇ ਵੇਲਿਆਂ 'ਚ ਬਣਿਆ ਸੀਗਾ। ਅਤੇ ਤੁਹਾਨੂੰ ਮੈਂ ਦੱਸਦਾ, ਜਿਹੜਾ ਸ਼ਿਸ਼ੂਪਾਲ ਸੀ ਨਾ, ਉਹ ਕ੍ਰਿਸ਼ਨ ਜੀ ਦਾ ਭੂਆ ਦਾ ਪੁੱਤ ਸੀ। ਮਤਲਬ ਉਸ ਨਾਲ ਵੇਲੇ ਦੇ ਪੁਰਾਣਾ ਇਤਿਹਾਸ ਦੇ ਵਿੱਚ ਮਹਾਰਤ ਰੱਖਦਾ, ਪੁਰਾਣੇ ਸਮੇਂ ਦੇ ਵਿੱਚ ਮਹੱਤਵ ਰੱਖਦਾ ਇਹ ਨਗਰ। ਬੜਾ ਪੁਰਾਣਾ। ਇਹਦੇ ਤਾਂ ਦੇਖੋ ਗੰਬਦ 'ਤੇ ਫੁੱਲ ਬਣੇ ਹੋਏ ਆ, ਗੁਲਾਬ ਦੇ ਫੁੱਲ, ਕਮਲ ਦੇ ਫੁੱਲ, ਉਸ ਵਰਗੇ ਨਮੂਨੇ ਪਾਏ ਗਏ ਆ। ਮਤਲਬ ਇਹ ਦੇਖਿਆ ਵੀ ਥੱਲੋਂ ਥੰਮਲੇ ਬਹੁਤ ਚੌੜੇ ਆ, ਉੱਤੋਂ ਜਾ ਕੇ ਉਹ ਭੀੜੇ ਹੁੰਦੇ ਜਾਂਦੇ ਆ ਪਿੱਲਰ। ਮਤਲਬ 2 ਪਿੱਲਰ ਬਣਾ ਕੇ ਤੁੰਦੂ ਵਿਚਕਾਰ ਡਿਜ਼ਾਈਨਿੰਗ ਕਰਕੇ ਜਦੋਂ ਕੋਈ ਰਾਜਾ ਮਹਾਰਾਜਾ ਆਉਂਦਾ ਸੀ ਖਾਸ ਤੌਰ 'ਤੇ ਮਿਲਣ, ਤਾਂ ਇੱਥੋਂ ਦੀ ਲੰਘਦੇ ਹੁੰਦੇ ਸੀਗੇ। ਇਹਦੇ ਵਿੱਚ ਦੀ ਲੰਘਾ ਕੇ ਲੈ ਕੇ ਜਾਣਾ ਤਾਂ ਕਿ ਰਾਜੇ ਮਹਾਰਾਜੇ ਨੂੰ ਪਤਾ ਲੱਗ ਜੇ ਇਸ ਮਹਾਰਾਜੇ ਦੀ ਜਿੱਤ ਦਾ, ਮਤਲਬ ਮਹਿਮੂਦ ਖਿਲਜੀ ਦੀ ਜਿੱਤ ਦਾ ਦੂਜਿਆਂ ਲੋਕਾਂ ਨੂੰ ਵੀ ਪਤਾ ਲੱਗ ਜੇ, ਕਿਉਂਕਿ ਹਰ ਬੰਦੇ ਨੇ ਆਪਦਾ ਪ੍ਰਭਾਵ ਪਾਉਣਾ ਹੁੰਦਾ ਵਾ, ਹੈ ਨਾ। ਇਸੇ ਕਰਕੇ ਉਹ ਵੀ ਚਾਹੁੰਦਾ ਸੀ ਕਿ ਮੇਰਾ ਪ੍ਰਭਾਵ ਵੀ ਪਵੇ, ਤਾਂ ਉਹਨੇ ਇਹ ਗੇਟ ਬਣਾਇਆ ਸੀ ਉਦੋਂ। ਮਤਲਬ ਇਸ ਜਿਹੜਾ ਚੰਦੇਰੀ ਆ ਨਾ, ਇਹਦੇ ਉੱਤੇ ਬਥੇਰਿਆਂ ਦਾ ਕਬਜ਼ਾ ਰਿਹਾ ਵਾ। ਬਾਬਰ ਦਾ ਕਬਜ਼ਾ ਵੀ ਇਹਦੇ 'ਤੇ ਰਿਹਾ ਵਾ, ਕੀਰਤੀਪਾਲ ਦਾ ਕਬਜ਼ਾ ਵੀ ਰਿਹਾ। ਉਸ ਤੋਂ ਪਹਿਲਾਂ ਮੈਂ 9ਵੀਂ ਸਦੀ 'ਚ ਪਹੁੰਚ ਜਾ ਤਾਂ ਕੀਰਤੀਪਾਲ ਦਾ ਕਬਜ਼ਾ ਵੀ ਰਿਹਾ। ਬਾਬਰ ਨੇ ਇਹਨੂੰ ਜਿੱਤਿਆ ਸੀ 1528 ਦੇ ਵਿੱਚ। ਜਿਹੜਾ ਕਿਲ੍ਹਾ ਮਗਰ ਚੰਦੇਰੀ ਦਾ ਕਿਲ੍ਹਾ ਵੱਜਦਾ ਜਿਹੜਾ, ਉਹ 1528 ਦੇ ਵਿੱਚ। 1540 ਦੇ ਵਿੱਚ ਸ਼ੇਰਸ਼ਾਹ ਸੂਰੀ ਨੇ ਜਿੱਤਿਆ ਸੀਗਾ। ਅਤੇ ਸ਼ੇਰਸ਼ਾਹ ਸੂਰੀ ਉਹੀ ਮਹਾਨ ਬੰਦਾ ਜਿਹਦੀ ਅਕਸਰ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ, ਵੀ ਉਹਨੇ ਸੜਕਾਂ ਦੇ ਜਾਲ ਵਿਛਾਏ, ਵਧੇਰੇ ਸਰਾਵਾਂ ਬਣਾਈਆਂ। ਅਤੇ ਉਸ ਤੋਂ ਬਾਅਦ ਮਰਾਠਿਆਂ ਨੇ ਵੀ ਕਬਜ਼ਾ ਕੀਤਾ, ਹਿੰਦੂ ਰਾਜਿਆਂ ਨੇ ਵੀ ਕਬਜ਼ਾ ਕੀਤਾ, ਤੁਗਲਕ ਵੰਸ਼ ਨੇ ਵੀ ਕਬਜ਼ਾ ਕੀਤਾ। ਇੱਥੋਂ ਤਾਂ ਹੋਰ ਕੀ ਬ੍ਰਿਟਿਸ਼ ਨੇ ਵੀ ਕਬਜ਼ਾ ਕੀਤਾ ਇਸ ਏਰੀਏ 'ਤੇ। ਇਸ ਏਰੀਏ 'ਤੇ ਕਬਜ਼ਾ ਕਰਨ ਦਾ ਮੁੱਖ ਕਾਰਨ ਇਹ ਹੁੰਦਾ ਸੀ ਕਿ ਵਪਾਰਕ ਤੌਰ 'ਤੇ ਬੜੀ ਮਹੱਤਤਾ ਸੀ, ਕਿਉਂਕਿ ਗੁਜਰਾਤ ਦੇ ਵਿੱਚ ਵਪਾਰੀ ਆਉਂਦੇ ਸੀ, ਵਪਾਰਕ ਰੂਟ ਸੀ ਇਹ। ਤਾਂ ਉੱਥੋਂ ਦੀ ਫਿਰ ਇੱਥੇ ਆ ਕੇ ਠਹਿਰਦੇ ਹੁੰਦੇ ਸੀਗੇ। ਇਹ ਜਿਹੜਾ ਪਹਾੜੀਆਂ 'ਚ ਘਿਰਿਆ, ਖੂਬਸੂਰਤ ਪਹਾੜੀਆਂ 'ਚ ਘਿਰਿਆ ਹੋਇਆ ਏਰੀਆ ਇਹ ਦਰਸ਼ਕੋ, ਮਤਲਬ ਉਹਨਾਂ ਵੇਲਿਆਂ ਦੀ ਇੱਕ ਸਮੇਂ ਦੀ ਕਹਿ ਸਕਦੇ ਹਾਂ ਕਿ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਵੇਂ ਪਹਾੜਾਂ 'ਤੇ ਪਹੁੰਚਦੇ ਰਹੇ ਅਤੇ ਬਣਾਉਂਦੇ ਰਹੇ। ਤਾਂ ਅੱਜ ਵੀ ਪਾਣੀ ਪਹੁੰਚਣਾ ਮੁਸ਼ਕਿਲ। ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਪਾਣੀ ਤਾਂ ਹੁਣ ਵੀ ਹੈ ਨਹੀਂ ਗਾ ਇੱਥੇ। ਉਹਨਾਂ ਵੇਲਿਆਂ ਦੇ ਵਿੱਚ ਕੋਈ ਚੰਗੇ ਸਾਧਨ ਵੀ ਨਹੀਂ ਸੀ, ਅਤੇ ਕਿਵੇਂ ਪਾਣੀ ਕੱਟ ਲਿਆਉਂਦੇ ਹੋਣਗੇ, ਹੈ ਨਾ।
ਦਿਹਾੜੀਆਂ ਦੇ ਤਾਂ ਬੁਰਾ ਹਾਲ ਹੋ ਜਾਂਦਾ ਹੋਊਗਾ, ਮੇਰੇ ਖਿਆਲ 'ਚ ਦਿਹਾੜੀ ਤਾਂ ਦਿੰਦੇ ਵੀ ਨਹੀਂ ਹੋਣਗੇ। ਤੇ ਜੇ ਉਸ ਸਮੇਂ ਦਾ ਹਾਲ ਸੀ, ਤੇ ਉਸ ਸਮੇਂ ਇੱਕ ਕੁਸ਼ਕ ਮਹਿਲ ਵੀ ਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਪਰ ਇਹ ਵਿਜੇ ਨਗਰ ਕਹ ਲਓ ਕਿ ਵਿਜੇ ਸਮਾਰਕ ਆ, ਉਸ ਸਮੇਂ ਦਾ ਮਹਿਮੂਦ ਖਿਲਜੀ ਦਾ ਬਣਾਇਆ ਹੋਇਆ ਵਿਜੇ ਸਮਾਰਕ। ਇੱਥੇ ਖੂਬਸੂਰਤ ਹੁਣ ਪਾਰਕ ਬਣਿਆ ਹੋਇਆ, ਕੁਝ ਇੱਥੇ ਨਾ ਭੰਨ ਤੋੜ ਜੀ ਹੋਈ ਆ, ਹੋ ਸਕਦਾ ਉੱਥੇ ਕਮਰੇ ਹੁੰਦੇ ਹੁਣ ਕਿਸੇ ਸਮੇਂ, ਨਿਉਵਾਂ ਸੀਗੀਆਂ, ਹੁਣ ਸਿਰਫ ਨਿਉਵਾਂ ਜੀਆਂ ਥੋੜੀਆਂ ਘਣੀਆਂ ਬਚੀਆਂ ਨੇ, ਉਹ ਵੀ ਤੁਹਾਨੂੰ ਮੈਂ ਦਿਖਾ ਕੇ ਲਿਆਉਣਾ। ਤੇ ਇੱਕ ਬਹੁਤ ਸੋਹਣੀ ਬੌਲੀ ਬਣੀ ਹੋਈ ਆ, ਉਹ ਵੀ ਦਿਖਾ ਕੇ ਲਿਆਵਾਂ। ਮਤਲਬ ਇਹ ਅੰਬਰਾਂ ਨੂੰ ਛੂਹ ਰਿਹਾ ਯਾਰ, ਬਾਦਲ ਚੰਦੇਰੀ ਦੀ ਸ਼ਾਨ ਕਹਿ ਸਕਦੇ ਆ ਇਹਨੂੰ। ਨੇੜੇ ਤੇੜੇ ਹੁਣ ਘਰ ਵਸ ਸਕਿਆ, ਜਿਵੇਂ ਜਿਵੇਂ ਆਬਾਦੀ ਵੱਧਦੀ ਜਾਂਦੀ ਆ ਉਵੇਂ ਉਵੇਂ ਕਿਲ੍ਹਾ ਵੀ ਥੋੜ੍ਹੀ ਨਸ਼ਟ ਹੁੰਦਾ ਜਾਂਦਾ ਹੈ ਨਾ, ਸਮੇਂ ਦੇ ਨਾਲ ਕਬਜ਼ੇ ਵੀ ਹੋ ਜਾਂਦੇ ਆ, ਪਰ ਫਿਰ ਵੀ ਸਰਕਾਰ ਨੇ ਸੰਭਾਲ ਕੇ ਰੱਖਿਆ ਹੋਇਆ ਇਹਨੂੰ। ਬੜੀ ਧੰਨਵਾਦ ਕਰਦੇ ਆ ਵੀ ਭਾਰਤ ਸਰਕਾਰ ਦਾ ਜਿਹੜਾ ਆਰਕੀਓਲੋਜਿਸਟ ਡਿਪਾਰਟਮੈਂਟ ਹੁੰਦਾ ਇਹਨਾਂ ਦਾ। ਮਤਲਬ ਇੱਥੇ ਟਿਕਟ ਵਗੈਰਾ ਲੱਗੀ ਹੋਈ ਹੈ, ਤੁਸੀਂ ਆ ਸਕਦੇ ਹੋ। ਚੰਦੇਰੀ ਅਸ਼ੋਕ ਨਗਰ ਤੋਂ ਕਹਿ ਸਕਦੇ ਆ ਵੀ 60-70 ਕਿਲੋਮੀਟਰ ਪੈਂਦੀ ਹੋਣੀ ਆ, ਤੇ ਈਸਾਗੜ੍ਹ ਤੋਂ ਵੀ 40 ਪੈਂਦੀ ਹੋਣੀ, 40-45। ਤੁਸੀਂ ਆ ਕੇ ਦੇਖ ਸਕਦੇ ਹੋ, ਮੱਧ ਪ੍ਰਦੇਸ਼ ਦੇ ਵਿੱਚ ਆ ਇਹ ਚੰਦੇਰੀ ਦੇ ਵਿੱਚ। ਹੋਰ ਮੈਂ ਤੁਹਾਨੂੰ ਦੱਸ ਦਿਆਂ ਵੀ ਸਾੜੀਆਂ ਬਹੁਤ ਮਸ਼ਹੂਰ ਆ ਇੱਥੋਂ ਦੇ, ਜੋ ਆਮ ਲੋਕਾਂ 'ਚ ਪਾਉਣ ਵਾਸਤੇ ਮਤਲਬ ਬੜਾ ਨਾਂ ਚੱਲਦਾ ਇਸ ਏਰੀਏ ਦਾ, ਹੁਣ ਤੋਂ ਹੀ ਨਹੀਂ ਸਦੀਆਂ ਤੋਂ ਚੱਲਦਾ ਵਾ। ਮਤਲਬ ਮਹਾਭਾਰਤ ਜੀ ਦੇ ਪ੍ਰਮਾਣ ਮਿਲਦੇ ਆ, ਇਹਦਾ ਮਤਲਬ ਯਕੀਨਨ ਬਹੁਤ ਪੁਰਾਣਾ ਵਸਿਆ ਹੋਇਆ ਸ਼ਹਿਰ ਆ। ਮਤਲਬ ਇੱਥੇ ਕਿਹਾ ਜਾਂਦਾ ਵੀ ਕਿਸੇ ਸਮੇਂ 1200-1300 ਤਾਂ ਮਸਜਿਦਾਂ ਹੀ ਹੁੰਦੀਆਂ ਸੀਗੀਆਂ, 13-14 ਦੇ ਨੇੜੇ ਤੇ ਇੱਥੇ ਘਰ ਹੁੰਦੇ ਸੀ ਕਿਸੇ ਸਮੇਂ ਪਹਿਲੀਆਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਆਬਾਦੀ ਬਹੁਤ ਥੋੜੀ ਸੀ। ਬਹੁਤ ਵੱਡਾ ਇਤਿਹਾਸ ਦਾ ਪ੍ਰਮਾਣ ਆ ਇਹ। ਦਰਸ਼ਕੋ, ਕੁਦਰਤੀ ਅੱਜ ਬਾਦਲ ਮਹਿਲ ਫਿਲਮਾਉਣ ਆਏ ਕਰਕੇ ਬੱਦਲ ਵੀ ਹੋ ਗਏ, ਚੰਗਾ ਹੋ, ਕਿਉਂਕਿ ਗਰਮੀ ਬਹੁਤ ਸੀ। ਇੱਕ ਮੈਂ ਤੁਹਾਨੂੰ ਦਿਖਾ ਦਿਆਂ ਇੱਥੇ ਵੀ ਆਹ ਥਮਲੇ ਹੁੰਦੇ ਸੀ ਇਸ ਸਮੇਂ ਕਿਸੇ ਸਮੇਂ। ਮਤਲਬ ਹੁਣ ਸਿਰਫ ਇਹਨਾਂ ਦੇ ਇੱਕ ਚੌਰਸ ਸਕੇਅਰ ਦੇ ਵਿੱਚ ਨਿਸ਼ਾਨ ਹੀ ਬਾਕੀ ਨੇ। ਇਹੋ ਜਿਹੇ ਕਈ ਥਮਲੇ ਨੇ। ਮਤਲਬ ਉਹ ਗੇਟ ਤੋਂ ਜਾਣ ਤੋਂ ਪਹਿਲਾਂ ਇੱਥੇ ਵੈਲਕਮ ਵੀ ਹੁੰਦਾ ਹੋਊਗਾ, ਫੁੱਲ ਵੀ ਸਿੱਟੇ ਜਾਂਦੇ ਹੋਣਗੇ ਲਾਜ਼ਮੀ। ਤੇ ਕਿਉਂਕਿ ਇੱਥੇ ਥਮਲਿਆਂ ਕੋਈ ਜਿੰਨੇ ਵੀ ਆ ਵੱਡੇ ਵੱਡੇ ਪੱਥਰ ਘੜ ਕੇ ਹੀ ਥਮਲੇ ਬਣਾਏ ਜਾਂਦੇ ਸੀ, ਤੇ ਉਹਨਾਂ ਦੀਆਂ ਕੁਝ ਨਿਉਵਾਂ ਵੀ ਆ ਬਾਕੀ ਨੇ। ਆ ਤੁਸੀਂ ਵੇਖ ਰਹੇ ਹੋ ਤਕਰੀਬਨ ਇੱਕ ਕਮਰੇ ਦੀ 15x20 ਦਾ ਲੱਗਦਾ ਵਾ, ਤੇ ਇੱਕ ਛੋਟੀ ਜੀ ਮਮਟੀ ਵਾਂਗੂ ਇੱਥੇ ਛੱਡਿਆ ਹੋਇਆ ਛੋਟਾ ਜਿਹਾ। ਮਤਲਬ ਇਸ ਕਿਸਮ ਦੇ ਨਾਲੇ ਛੱਡਿਆ ਹੋਇਆ ਥਾਂ ਇੱਥੇ ਹੋਊਗਾ, ਢਹਿ ਚੁੱਕਿਆ ਵਾ। ਹੁਣ ਸਿਰਫ ਉਹਦੇ ਨਿਸ਼ਾਨ ਹੀ ਬਾਕੀ ਨੇ ਸਾਰੇ। ਤੇ ਹੁਣ ਦੇਖੋ ਆ ਨਿਸ਼ਾਨ ਪੱਥਰ ਟੁਕੜੇ ਪਏ ਆ, ਮਤਲਬ ਸਾਂਭੇ ਹੋਏ ਨੇ। ਮਤਲਬ ਇੱਕ ਨੂੰ ਹੁਣ ਮੈਂ ਖੂਹ ਵਾਲੇ ਪਾਸੇ ਲੈ ਕੇ ਜਾਂਦਾ ਇੱਥੋਂ। ਇਹਦੀ ਚਾਰ ਦੀਵਾਰੀ ਵੀ ਬੜੀ ਖੂਬਸੂਰਤ ਆ, ਤੁਸੀਂ ਵੇਖੋਗੇ ਕਿ ਬੜਾ ਹੀ ਰਮਣੀਕ ਜਗ੍ਹਾ ਵਾ। ਸਾਰਾ ਚੰਦੇਰੀ ਕੋਈ ਰਮਣੀਕ ਜਗ੍ਹਾ ਵਾ। ਅਗਰ ਬਾਰਿਸ਼ਾਂ ਦੇ ਦਿਨਾਂ 'ਚ ਤੁਸੀਂ ਆਓ ਤਾਂ ਚਾਰੇ ਪਾਸੇ ਜੰਗਲ ਹੀ ਜੰਗਲ ਹਰਿਆ ਭਰਿਆ ਹੁੰਦਾ ਇੱਥੇ। ਤੇ ਬੇਤਵਾ ਨਦੀ ਦੇ ਕਿਨਾਰੇ ਆ ਇਹ, ਬੇਤਵਾ ਨਦੀ ਇੱਥੇ ਵਗਦੀ ਆ, ਉਹਦੇ ਕਿਨਾਰੇ ਬਣਿਆ ਹੋਇਆ ਵਾ। ਆ ਦੇਖੋ ਵੀ ਕਿੱਡੀ ਸੋਹਣੀ ਬਾਉਂਡਰੀ ਬਣੀ ਹੋਈ ਹੈ, ਤੇ ਚਾਰ ਦੀਵਾਰੀ ਬਹੁਤ ਵਧੀਆ ਵਾ। ਆ ਜੋ ਤੁਹਾਨੂੰ ਇੱਧਰ ਪਾਣੀ ਵਾਲੇ ਪਾਸੇ ਲੈ ਕੇ ਜਾਵਾਂ, ਤੇ ਇਹਦੇ ਉੱਤੇ ਤੁਹਾਨੂੰ ਮਾੜਾ ਜਿਹਾ ਦਿਖਾ ਦਿਆਂ, ਇੱਥੋਂ ਕਿਲਾ ਵੀ ਦਿਸ ਰਿਹਾ ਹੋਊਗਾ। ਉਹ ਦੇਖੋ ਸਾਹਮਣੇ ਗੇਟ ਸਮਾਰਕ ਦੇ ਪਿੱਛੋਂ ਨਾ ਮਗਰਲੇ ਪਾਸੇ ਕਿਲੇ ਦੀਆਂ ਕੰਧਾਂ ਵੀ ਦਿਸ ਰਹੀਆਂ। ਉਹਦੀ ਵੀ ਇੱਕ ਅਲੱਗ ਵੀਡੀਓ ਆਪਾਂ ਪਾ ਰਹੇ ਹਾਂ ਚੈਨਲ ਦੇ ਉੱਤੇ, ਉਹ ਵੀ ਤੁਸੀਂ ਵੇਖ ਸਕਦੇ ਹੋ। ਮਤਲਬ ਚੰਦੇਰੀ 'ਚ ਤੁਸੀਂ ਆਓ ਤਾਂ ਤੁਹਾਨੂੰ ਬਹੁਤ ਕੁਝ ਵੇਖਣ ਨੂੰ ਮਿਲ ਸਕਦਾ ਵਾ। ਅੱਜ ਇੱਥੇ ਖੂਬਸੂਰਤ ਪਾਰਕ ਬਣਿਆ ਹੋਇਆ ਵਾ, ਟਿਕਟ ਵਗੈਰਾ ਤਾਂ ਲੱਗਦੀ ਆ ਇੱਥੇ। ਆ ਦੇਖੋ ਬਈ, ਇੱਥੋਂ ਪੌੜੀਆਂ ਦੇ ਬਣੇ ਹੋਏ ਤੇ ਸਟੈਪਸ ਨੂੰ ਦੱਸੇ ਵੱਡੇ ਵੱਡੇ ਆ। ਇੱਥੇ ਦਿਖਾ ਦਿਆਂ ਤੁਹਾਨੂੰ ਮੈਂ ਵੀ ਯਕੀਨ ਇਹਦੇ ਉੱਤੇ ਛੱਤ ਹੁੰਦੀ ਹੋਊਗੀ ਕਿਸੇ ਸਮੇਂ। ਆ ਛੋਟੇ ਛੋਟੇ ਮਹਿਰਾਬ ਜੇ ਖਾਨੇ ਬਣੇ ਹੋਏ ਆ ਇੱਥੇ। ਮਤਲਬ ਯਾਰ ਖੂਹ ਦੇ ਨੇੜੇ ਤੇੜੇ ਜੇ ਖੂਹ ਹੁੰਦਾ ਸੀ, ਕਿਉਂਕਿ ਖੂਹ ਦਾ ਪਾਣੀ ਖਵਾਜ਼ਾ ਮੰਨਿਆ ਜਾਂਦਾ, ਇਹਨੂੰ ਪਵਿੱਤਰ ਮੰਨਿਆ ਜਾਂਦਾ, ਤੇ ਇਹਨੂੰ ਹੀ ਜੀਵਨ ਮੰਨਿਆ ਜਾਂਦਾ, ਤਾਂ ਉਹਨੂੰ ਵੀ ਬੜਾ ਖੂਬਸੂਰਤ ਸਜਾ ਕੇ ਰੱਖਿਆ ਹੋਇਆ ਸੀਗਾ। ਆ ਦੇਖੋ ਇਸ ਕਿਸਮ ਨਾਲ ਕਿਵੇਂ ਤੁਸੀਂ ਖੂਬਸੂਰਤ ਆਲੇ ਵੇਖ ਸਕਦੇ ਹੋ ਇੱਥੇ ਬਣੇ ਹੋਏ ਆ। ਤੇ ਇਹ ਵੀ ਸਾਰਾ ਖੂਹ ਪੱਥਰ ਘੜ ਘੜ ਕੇ ਬਣਾਇਆ ਗਿਆ ਵਾ। ਤੁਹਾਨੂੰ ਮੈਂ ਵਿੱਚ ਦੀ ਜਾ ਕੇ ਦਿਖਾਊਂਗਾ, ਆਇਓ ਮੇਰੇ ਨਾਲ ਕਿਰਾ। ਆ ਦੇਖੋ ਇੱਥੋਂ ਵੀ ਪੌੜੀਆਂ ਚੜ ਰਹੀਆਂ ਨੇ, ਖੂਹ ਤੋਂ 3-4 ਥਾਵਾਂ ਤੋਂ ਪੌੜੀਆਂ ਚੜ੍ਹਦੀਆਂ। ਕਈ ਵਾਰੀ ਤੀਜੀ ਵਾਲੇ ਹੁੰਦੇ ਨਹਾਉਣ ਵਾਲੇ, ਭਾਈ ਮੈਂ ਪਹਿਲਾਂ ਟਾਈਮ ਨਾਲ ਨਹਾਉਣਾ ਹੈ ਨਾ, ਤਾਈਓ 2-2 ਬਣਾਤੀਆਂ ਹੋਣੀਆਂ। ਆਹ ਦੇਖੋ ਇੱਥੋਂ ਵੀ ਪੌੜੀਆਂ, ਇੱਥੋਂ ਵੀ ਉਤਰਦੀਆਂ। ਆਪਾਂ ਉਸ ਡਾਇਰੈਕਸ਼ਨ ਤੋਂ ਉਤਰ ਕੇ ਆਏ ਆ। ਆ ਵੀ ਉਸੇ ਕਿਸਮ ਦਾ ਹੀ ਸੇਮ ਆ। ਹੋ ਸਕਦਾ ਇਹਦੇ ਮਗਰ ਕਾਰਨ ਵੀ ਇੱਕ ਪਾਸੇ ਔਰਤਾਂ ਵਾਸਤੇ ਹੋਵੇ, ਇੱਕ ਪਾਸੇ ਬੰਦਿਆਂ ਵਾਸਤੇ ਹੋਵੇ। ਮਤਲਬ ਰਾਣੀਆਂ ਵਗੈਰਾ ਹੋ ਸਕਦੀਆਂ ਨੇ। ਆ ਜਾਓ ਤੁਹਾਨੂੰ ਲੈ ਕੇ ਜਾਵਾਂ ਥੱਲੇ ਵਾਲੇ ਪਾਸੇ। ਆਹ ਦੇਖੋ, ਆ ਜਮਾ ਹੁਣ ਆਪਾਂ ਖੂਹ ਦੇ ਬਿਲਕੁਲ ਥੱਲੇ ਚੱਲੇ ਆ ਇਸ ਵਕਤ। ਆ ਪੌੜੀਆਂ ਨੇ ਇੱਥੋਂ ਦੀ, ਆ ਸਟੈਪ ਬਾਈ ਸਟੈਪ ਕਰਕੇ ਇਹ ਸਾਰਾ ਪੱਥਰ ਨੂੰ ਘੜ ਕੇ ਬਣਾਇਆ ਗਿਆ ਵਾ। ਤੇ ਉਹਦੇ ਉੱਤੇ ਫਿਰ ਪੱਥਰਾਂ ਦੀ ਚਣਾਈ ਕੀਤੀ ਗਈ ਆ, ਖੂਹ ਦੀ ਜਿਵੇਂ ਚਣਾਈ ਕਰਦੇ ਹੁੰਦੇ ਆ। ਆ ਜਮਾ ਆਪਾਂ ਹੁਣ ਥੱਲੇ ਆ ਗਏ ਇੱਥੇ। ਆ ਦੇਖੋ ਵੱਡੇ ਪਹਾੜ ਕੱਟੇ ਹੋਏ ਆਪਾਂ ਨੂੰ ਨਜ਼ਰ ਆ ਰਹੇ ਆ ਇਸ ਵਕਤ। ਆ ਦੇਖੋ ਆ ਪਹਾੜ ਦੇ ਨਾਲ ਹੀ ਪੱਥਰਾਂ ਦੇ ਟੁਕੜੇ, ਇੱਟਾਂ ਨਹੀਂ ਆ, ਪੱਥਰ ਨੇ। ਪੱਥਰ ਦੇ ਟੁਕੜੇ ਕੱਟ ਕੇ ਬਣਾਏ ਗਏ ਆ, ਲਾਏ ਗਏ ਆ।
ਇੱਧਰ ਆਪਾਂ ਜਮਾਂ ਤਲ ਦੇ ਉੱਤੇ ਚੱਲੇ ਆ ਇਸ ਵਕਤ। ਇੱਧਰ ਥੱਲੇ ਦੀ ਆਵਾਂਗੇ। ਹਾਂ, ਇਹ ਜਮਾ ਖੂਹ, ਮਤਲਬ ਜਿੱਥੇ ਖੂਹ ਪੈ ਜਾਂਦਾ ਮੇਨ ਖੂਹ ਵਾਲੀ ਜਗ੍ਹਾ, ਇੱਥੇ ਕਿਸੇ ਨੇ ਹੁਣ ਗਿੱਲ ਜੀ ਆ, ਮਤਲਬ ਪਾਣੀ ਸੁੱਕੇ ਨੂੰ ਥੋੜਾ ਚਿਰ ਹੀ ਹੋਇਆ। ਬਰਸਾਤਾਂ ਦੇ ਦਿਨਾਂ 'ਚ ਪਾਣੀ ਲਾਜ਼ਮੀ ਹੀ ਇੱਥੇ ਆ ਜਾਂਦਾ ਹੋਊਗਾ। ਮਤਲਬ ਜਿਹੜਾ ਸੈੱਲ ਪਈ ਆ ਤੁਹਾਨੂੰ ਦਿਸੀ ਰਹੀ ਹੋਊਗੀ, ਤੇ ਆਹ ਸਾਰਾ ਪੱਥਰ ਹੀ ਆ, ਝਿਰਾਂ ਫੁੱਟਦੀਆਂ ਹੁੰਦੀਆਂ ਨੇ ਇਹਦੇ ਵਿੱਚ। ਇੱਥੋਂ ਦੀ ਪਾਣੀ ਝਰ ਕੇ ਖੂਹ 'ਚ ਭਰਦਾ ਰਹਿੰਦਾ, ਤੇ ਫਿਰ ਉਸ ਸਮੇਂ ਲੋੜ ਸਮੇਂ ਵਰਤਦੇ ਰਹਿੰਦੇ ਆ। ਪਰ ਹੁਣ ਤਾਂ ਕਿਹਨੇ ਵਰਤਣਾ ਵਾ, ਹੁਣ ਆਪੇ ਹੀ ਸੁੱਕ ਜਾਂਦਾ ਤੇ ਆਪੇ ਹੀ ਆ ਜਾਂਦਾ। ਕਿਸੇ ਸਮੇਂ ਇੱਥੇ ਬਾਦਸ਼ਾਹਾਂ ਦੀ ਚੜ੍ਹਤ ਹੁੰਦੀ ਸੀਗੀ, ਇੱਥੇ ਰਾਣੀਆਂ ਵੀ ਨਹਾਉਂਦੀਆਂ ਰਹੀਆਂ ਨੇ, ਇੱਥੇ ਬਾਦਸ਼ਾਹ ਵੀ ਆਉਂਦੇ ਰਹੇ ਨੇ। ਮਤਲਬ ਅੱਜ ਇਸ ਵਕਤ ਵੀਰਾਨ ਆ ਤੇ ਆਪਣੇ ਦੇਖਣ ਦੇ ਲਈ ਬਚਿਆ, ਤੇ ਬੜਾ ਕਮਾਲ ਤੇ ਖੂਬਸੂਰਤ ਆ। ਮੇਰੀ ਨਜ਼ਰ 'ਚ ਹੁਣ ਤੱਕ ਦੇ ਮੇਰੇ ਦੇਖੇ ਹੋਏ ਖੂਹਾਂ ਦੇ ਵਿੱਚੋਂ ਇਹ ਸਭ ਤੋਂ ਖੂਬਸੂਰਤ ਖੂਹ ਆ ਇਹ। ਦਰਸ਼ਕੋ, ਅਗਲੀ ਵਾਰੀ ਫਿਰ ਕੋਈ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ ਆਪਾਂ। ਇਹ ਸੀ ਤੁਸੀਂ ਵੇਖਿਆ ਚੰਦੇਰੀ ਦੇ ਵਿੱਚ ਬਾਦਲ ਮਹਿਲ। ਹੋਰ ਵੀ ਬਹੁਤ ਕੁਝ ਤੁਹਾਨੂੰ ਚੰਦੇਰੀ ਤੋਂ ਵਿਖਾਵਾਂਗੇ, ਸੋ ਸਾਡੇ ਨਾਲ ਜੁੜੇ ਰਹਿਣਾ, ਸ਼ੇਅਰ ਕਰਨਾ। ਤੁਹਾਡਾ ਧੰਨਵਾਦ। ਖਾਸ ਤੌਰ ਤੇ ਮੈਂ ਧੰਨਵਾਦ ਕਰੂੰਗਾ ਜੱਗੂ ਅਸ਼ੋਕ ਨਗਰ ਦਾ, ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਹਰਨੇਕ ਅੱਜ ਕੈਮਰਾਮੈਨ ਸੀ, ਤੇ ਗੁਲਸ਼ਨ ਉਹ ਵੀ ਸਾਡੇ ਨਾਲ ਸੀ। ਸੋ ਧੰਨਵਾਦ, ਸਹਿਯੋਗ ਕਰਿਓ, ਮਿਹਰਬਾਨੀ।